ਲੇਖਕ ਨਰਿੰਦਰ ਸਿੰਘ ਕਪੂਰ ਦੀ ਲਿਖੀ ਕਿਤਾਬ ਸੱਚੋ ਸੱਚ ਅਮਰੀਕਾ ਦਾ ਸਫ਼ਰਨਾਮਾ ਵਿੱਚੋਂ ਲਈ ਇੱਕ ਰਚਨਾ ਦੁਨੀਆ ਦਾ ਸਭ ਤੋਂ ਵੱਡਾ ਮੇਲਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਮਰੀਕਾ ਅੰਦਰ ਦਾਖਲ ਹੋਣ ਦੇ ਅਨੇਕਾਂ ਰਾਹ ਨੇ, ਪਰ ਬਾਹਰ ਨਿਕਲਣ ਲਈ ਕੋਈ ਦਰਵਾਜ਼ਾ ਨਹੀਂ। ਲੱਖਾਂ ਲੋਕ ਅਮਰੀਕਾ ਵੇਖਣ ਗਏ ਪਰ ਅਜੇ ਤੱਕ ਨਹੀਂ ਪਰਤੇ। ਅਮਰੀਕਾ ਨੂੰ ਵੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਹੜਾ ਪੂਜਾ ਪਾਠ ਅਸੀਂ ਕਰਦੇ ਹਾਂ ਉਸ ਦਾ ਫਲ ਅਮਰੀਕਨ ਲੋਕ ਭੋਗ ਰਹੇ ਨੇ। ਅਸੀਂ ਪੂਜਾ ਪਾਠ ਨੂੰ ਹੀ ਆਪਣਾ ਕੰਮ ਬਣਾ ਲਿਆ, ਜਦੋਂ ਕਿ ਉਹ ਕੰਮ ਨੂੰ ਵੀ ਪਾਠ ਪੂਜਾ ਵਾਂਗ ਸ਼ਰਧਾ ਨਾਲ ਕਰਦੇ ਨੇ। ਅਮਰੀਕਾ ਦੀ ਅਮੀਰੀ ਨੂੰ ਵੇਖ ਕੇ ਉਤਨੀ ਹੈਰਾਨੀ ਨਹੀਂ ਹੋਈ ਜਿਤਨੀ ਭਾਰਤ ਦੀ ਗਰੀਬੀ ਦਾ ਡੂੰਘਾ ਅਹਿਸਾਸ ਹੋਇਆ। ਅਮਰੀਕਾ ਵਿੱਚ ਮੁੱਢਲੇ ਦਿਨਾਂ ਦੌਰਾਨ ਮੇਰੀ ਹਾਲਤ ਉਸ ਵਿਅਕਤੀ ਵਾਲੀ ਸੀ ਜਿਹੜਾ ਆਪਣੇ ਕਿਸੇ ਬਹੁਤ ਅਮੀਰ ਰਿਸ਼ਤੇਦਾਰ ਦੇ ਘਰ ਬੁਲਾਇਆ ਤਾਂ ਜਾਂਦਾ ਹੈ, ਪਰ ਉੱਥੇ ਉਹ ਸਹਿਮਿਆ ਡਰਿਆ ਉਦਾਸ ਅਤੇ ਓਪਰਾ ਅਨੁਭਵ ਕਰਦਾ ਹੈ। ਸਾਡੇ ਦੇਸ਼ ਵਿੱਚ ਕਿਸੇ ਦਾ ਹਾਲ ਪੁੱਛ ਕੇ ਵੇਖੋ, ਅੱਗੋਂ ਉੱਤਰ ਮਿਲੇਗਾ, ਕੁਝ ਕੱਟ ਗਈ ਹੈ, ਬਾਕੀ ਰਹਿੰਦੀ ਵੀ ਕੱਟ ਜਾਏਗੀ। ਜੋ ਦਿਨ ਗੁਜ਼ਰ ਜਾਵੇ ਸ਼ੁਕਰ ਹੈ, ਦਿਨ ਕਟੀ ਕਰ ਰਹੇ ਹਾਂ ਆਦਿ। ਇਹ ਸਾਰੇ ਉੱਤਰ ਸਜ਼ਾ ਭੁਗਤ ਰਹੇ ਕੈਦੀਆਂ ਦੇ ਮਨ ਦੀ ਸਥਿਤੀ ਨੂੰ ਬਿਆਨ ਕਰਦੇ ਨੇ। ਅਸੀਂ ਜੂਨ ਹੰਢਾਉਣ ਆਏ ਹਾਂ। ਸਾਡਾ ਉਦੇਸ਼ ਜੀਵਨ ਨੂੰ ਮਾਣਨਾ ਨਹੀਂ, ਇਸ ਦੁਰਲੱਭ ਜੀਵਨ ਨੂੰ ਪ੍ਰਭੂ ਭਗਤੀ ਵਿੱਚ ਲਾਉਣਾ ਹੈ, ਉਸ ਦਾ ਭਾਣਾ ਮੰਨਣਾ ਹੈ, ਇਸ ਜੀਵਨ ਨੂੰ ਅਗਲਾ ਜੀਵਨ ਸਵਾਰਨ ਲਈ ਵਰਤਣਾ ਹੈ। ਅਮਰੀਕਾ ਦੀ ਅਮੀਰੀ, ਉੱਥੇ ਦੀ ਵਿਸ਼ਾਲਤਾ ਤੇ ਉਸ ਥਾਂ ਦੀ ਸੁੰਦਰਤਾ ਨੂੰ ਦੇਖ ਕੇ ਭਾਰਤ ਦੀ ਗਰੀਬੀ ਦੇ ਕਾਰਨਾਂ ਨੂੰ ਸਮਝਣ ਵਿੱਚ ਬਹੁਤੀ ਦੇਰੀ ਨਹੀਂ ਲੱਗਦੀ। ਸਾਡਾ ਰੱਬ ਸਾਡੀ ਗਰੀਬੀ ਵਿੱਚ ਸਾਡਾ ਭਾਈਵਾਲ ਹੈ। ਵਸਦੇ ਰਹਿਣ ਮੇਰੇ ਦੋਸਤ ਅਤੇ ਦੋਸਤਾਂ ਵਰਗੇ ਰਿਸ਼ਤੇਦਾਰ, ਜਿਨ੍ਹਾਂ ਦੇ ਘਰਾਂ ਦੇ ਥਿੰਦੇ ਬੂਹੇ ਮਹਿਬੂਬ ਦੀਆਂ ਬਾਹਾਂ ਵਾਂਗ ਖੁੱਲ੍ਹੇ ਸਨ। ਮੈਂ ਵੀ ਆਪਣੇ ਮੱਥੇ ਵਿੱਚ ਆਸਾਂ ਦਾ ਦੀਵਾ ਬਾਲ ਕੇ ਨਿਕਲਿਆ ਸਾਂ। ਉਹਨਾਂ ਦੇ ਮੁਖੜਿਆਂ ਉੱਤੇ ਮਾਲ ਗੱਡੀ ਜਿੰਨੀ ਲੰਮੀ ਮੁਸਕਰਾਹਟ ਨੇ ਮੈਨੂੰ ਕੋਲੰਬਸ ਵਾਲਾ ਭਰੋਸਾ ਦਿੱਤਾ ਸੀ। ਉਹਨਾਂ ਨੇ ਇੱਕ ਬਾਲ ਵਾਂਗ ਮੈਨੂੰ ਆਪਣੇ ਕੰਧਾੜੇ ਚੁੱਕ ਲਿਆ। ਉਹਨਾਂ ਨੇ ਕੰਧਾੜੇ ਚੱਕ ਕੇ ਮੈਂ ਯੂਰਪ ਅਤੇ ਅਮਰੀਕਾ ਵੇਖਿਆ। ਬਿਨਾਂ ਸਿਰ ਦੇ ਭਾਰਤ ਵਾਪਸ ਆ ਗਿਆ। ਸਿਰ ਤਾਂ ਉਹਨਾਂ ਦੇ ਸ਼ੁਕਰਾਨੇ ਵਿੱਚ ਝੁਕਿਆ ਉੱਥੇ ਹੀ ਰਹਿ ਗਿਆ। ਉਹਨਾਂ ਨੇ ਮੈਨੂੰ ਭੱਜ ਕੇ ਅਮਰੀਕਾ ਵਿਖਾਇਆ। ਮਿਲਣ ਦਾ ਉਹਨਾਂ ਨੂੰ ਮੇਰੇ ਨਾਲੋਂ ਵੀ ਵਧੇਰੇ ਚਾਅ ਸੀ। ਉੱਥੇ ਹੀ ਮਹਿਸੂਸ ਹੋਇਆ ਕਿ ਦੋਸਤੀ ਵਿੱਚ ਕਿਤਨਾ ਨਿੱਘ ਹੁੰਦਾ ਹੈ। ਉੱਥੇ ਪਹੁੰਚ ਕੇ ਮਹਿਸੂਸ ਹੋਇਆ ਕਿ 10 ਵਰ੍ਹੇ ਪਹਿਲਾਂ ਆਉਣਾ ਚਾਹੀਦਾ ਸੀ। ਅਮਰੀਕਾ ਨੂੰ ਵੇਖ ਕੇ ਉਮੰਗ ਉੱਠੀ ਕਿ ਉੱਥੇ ਹੀ ਜੰਮਣਾ ਚਾਹੀਦਾ ਸੀ। ਯੂਰਪ ਭਾਵੇਂ ਬੁੱਢਾ ਹੋ ਰਿਹਾ ਹੈ, ਪਰ ਅਮਰੀਕਾ ਜਵਾਨ ਹੈ। ਜਵਾਨੀ ਦਾ ਜੋ ਵੀ ਸੁਪਨਾ ਕਿਸੇ ਵਿਅਕਤੀ ਨੇ ਚਿਤਵਿਆ ਹੋਇਆ ਹੈ, ਉਹ ਉਸਨੂੰ ਅਮਰੀਕਾ ਵਿੱਚ ਸਹਿਜੇ ਹੀ ਲੱਭ ਪਵੇਗਾ। ਅਮਰੀਕਾ ਵਿੱਚ ਕੁਰਾਹੇ ਪਈ ਜਵਾਨੀ ਵੀ ਦਿਸੇਗੀ। ਭੋਗ ਵਿਲਾਸ ਵਿੱਚ ਉਲਝੀ ਜਵਾਨੀ ਵੀ ਵੇਖੋਗੇ। ਨਵੀਨਤਾ ਦੇ ਵੰਨ-ਸੁਵੰਨੇ ਰੂਪਾਂ ਨੂੰ ਸਿਰਜਣ ਅਤੇ ਅਣਗਾਹੀਆਂ ਮੰਜ਼ਲਾਂ ਵੱਲ ਤੁਹਾਨੂੰ ਵਹੀਰਾਂ ਘੱਤ ਰਹੀ ਜਵਾਨੀ ਵੀ ਦਿਖਾਈ ਦੇਵੇਗੀ। ਅਮਰੀਕਾ ਦੀ ਜਵਾਨੀ ਦੇ ਇਤਨੇ ਰੰਗ ਅਤੇ ਰੂਪ ਨੇ ਕਿ ਭਾਰਤ ਦੀ ਜਵਾਨ ਪੀੜ੍ਹੀ ਨਾਲ ਉਸਦੀ ਤੁਲਨਾ ਕਰਨੀ ਯੋਗ ਪ੍ਰਤੀਤ ਨਹੀਂ ਹੁੰਦੀ। ਅਮਰੀਕਾ ਹਰ ਪੱਖੋਂ ਜਵਾਨ ਹੈ, ਸਰੀਰ ਵੱਲੋਂ, ਦਿਮਾਗ ਵੱਲੋਂ, ਆਦਰਸ਼ਾਂ ਵੱਲੋਂ, ਉਦੇਸ਼ਾਂ ਵੱਲੋਂ। ਅਮਰੀਕਾ ਉਛਲ ਡੁੱਲ ਪੈਂਦਾ ਦੇਸ਼ ਹੈ। ਅਮਰੀਕਾ ਨੂੰ ਆਪ ਵੀ ਨਹੀਂ ਪਤਾ ਕਿ ਉਸਦੇ ਕਿਤਨੇ ਰੰਗ ਰੂਪ ਨੇ। ਅਮਰੀਕਾ ਕਿਸੇ ਦੇਸ਼ ਦਾ ਨਾਂ ਨਹੀਂ, ਇਹ ਆਧੁਨਿਕ ਸਭਿਅਤਾ ਦੇ ਚੰਗੇ ਮਾੜੇ ਵਰਤਾਰਿਆਂ ਦਾ ਸਰਨਾਮਾ ਹੈ। ਅਮਰੀਕਾ ਨੂੰ ਆਪ ਵੀ ਨਹੀਂ ਪਤਾ ਕਿ ਉਸਨੇ ਸਾਰੇ ਸੰਸਾਰ ਨੂੰ ਨਵੇਂ ਰੂਪਾਂ ਵਿੱਚ ਰੰਗ ਕੇ ਕਿਤਨਾ ਬਦਲ ਦਿੱਤਾ ਹੈ। ਅਜੋਕੇ ਸੰਸਾਰ ਦਾ ਹਰ ਦੇਸ਼ ਅਮਰੀਕਾ ਜਿਤਨਾ ਖੁਸ਼ਹਾਲ ਹੋਣਾ ਚਾਹੁੰਦਾ ਹੈ। ਅਮਰੀਕਾ ਦੀ ਵਿਸ਼ਾਲਤਾ, ਅਮਰੀਕਾ ਦੀ ਅਮੀਰੀ, ਅਮਰੀਕਾ ਦੀ ਜਵਾਨੀ ਅਤੇ ਅਮਰੀਕਾ ਦੀ ਸੁੰਦਰਤਾ ਨੂੰ ਮਾਣਨ ਲਈ ਉਤਨਾ ਹੀ ਵਿਸ਼ਾਲ, ਉਤਨਾ ਹੀ ਅਮੀਰ ਅਤੇ ਉਤਨਾ ਹੀ ਸੁੰਦਰ ਦਿਲ ਚਾਹੀਦਾ ਹੈ। ਜਿਨ੍ਹਾਂ ਦੀ ਨਜ਼ਰ ਵਿੱਚ ਟੀਰ ਹੈ, ਉਹ ਅਮਰੀਕਾ ਨੂੰ ਸਹੀ ਕੋਣ ਤੋਂ ਨਹੀਂ ਵੇਖ ਸਕਦੇ। ਸਾਡੀ ਗਰੀਬੀ ਇਤਨੀ ਸੰਘਣੀ ਅਤੇ ਵਿਸ਼ਾਲ ਹੈ ਕਿ ਅਸੀਂ ਅਮਰੀਕਾ ਦੀ ਅਮੀਰੀ ਅਤੇ ਵਿਸ਼ਾਲਤਾ ਦਾ ਅਨੁਮਾਨ ਨਹੀਂ ਲਾ ਸਕਦੇ। ਸੋ ਅਮਰੀਕਾ ਨੂੰ ਭੰਡਣ ਲਈ ਅਸੀਂ ਅਨੇਕਾਂ ਵਾਕ ਘੜ ਲਏ ਨੇ। ਇਹ ਵਾਕ ਸਾਡੀ ਪਦਾਰਥਕ ਅਤੇ ਬੌਧਿਕ ਕੰਗਾਲੀ ਦਾ ਹੀ ਮੁਜ਼ਾਹਰਾ ਕਰਦੇ ਨੇ। ਅਮਰੀਕਾ ਨੂੰ ਸੁੰਗੜੇ ਅਤੇ ਸੰਕੋਚੇ ਹੋਏ ਦਿਲ ਨਾਲ ਵੇਖਣਾ ਆਪਣੇ ਆਪ ਨਾਲ ਵਧੀਕੀ ਹੈ। ਅਮਰੀਕਾ ਬਾਰੇ ਹਰ ਵਿਅਕਤੀ ਨੇ ਬੜਾ ਕੁਝ ਸੁਣਿਆ ਹੁੰਦਾ ਹੈ, ਪਰ ਉੱਥੇ ਪਹੁੰਚ ਕੇ ਸਭ ਕੁਝ ਇਤਨਾ ਵੱਖਰਾ ਅਤੇ ਸੋਹਣਾ
ਅਤੇ ਨਿਆਰਾ ਵਿਖਾਈ ਦਿੰਦਾ ਹੈ ਕਿ ਸਾਨੂੰ ਆਪਣੀ ਸੋਚ ਉੱਤੇ ਸ਼ਰਮ ਆਉਣ ਲੱਗ ਪੈਂਦੀ ਹੈ। ਪਰ ਅਮਰੀਕਾ ਕਿਸੇ ਨੂੰ ਸ਼ਰਮਸਾਰ ਨਹੀਂ ਹੋਣ ਦਿੰਦਾ। ਅਮਰੀਕਾ ਨੂੰ ਵੇਖ ਕੇ ਮੈਨੂੰ ਇੱਕ ਕਹਾਣੀ ਯਾਦ ਆਈ। ਇੱਕ ਵਾਰੀ ਖੁੱਲੇ ਸਮੁੰਦਰ ਦੀ ਇੱਕ ਮਛਲੀ ਇੱਕ ਖੂਹ ਵਿੱਚ ਆ ਡਿੱਗੀ। ਖੂਹ ਦੇ ਡੱਡੂ ਨੇ ਪੁੱਛਿਆ, ਤੂੰ ਕਿੱਥੋਂ ਆਈ ਹੈ? ਉੱਤਰ ਮਿਲਿਆ, ਸਮੁੰਦਰ ਵਿੱਚੋਂ। ਡੱਡੂ ਨੇ ਪੁੱਛਿਆ, ਸਮੁੰਦਰ ਕਿਤਨਾ ਵੱਡਾ ਹੁੰਦਾ ਹੈ? ਮਛਲੀ ਨੇ ਕਿਹਾ, ਬਹੁਤ ਹੀ ਵੱਡਾ, ਉੱਥੇ ਬਹੁਤ ਪਾਣੀ ਹੁੰਦਾ ਹੈ। ਡੱਡੂ ਨੇ 2 ਇੰਚ ਛਾਲ ਮਾਰ ਕੇ ਕਿਹਾ, ਇਤਨਾ ਪਾਣੀ ਹੁੰਦਾ ਹੋਵੇਗਾ? ਪਰ ਮਛਲੀ ਨੇ ਕਿਹਾ, ਨਹੀਂ, ਉੱਥੇ ਬਹੁਤ ਪਾਣੀ ਹੁੰਦਾ ਹੈ। ਡੱਡੂ ਛਾਲਾ ਮਾਰ-ਮਾਰ ਪਾਣੀ ਦੀ ਵਿਸ਼ਾਲਤਾ ਦਾ ਅਨੁਮਾਨ ਲਾਉਂਦਾ ਰਿਹਾ, ਪਰ ਮਛਲੀ ਲਗਾਤਾਰ ਕਹਿੰਦੀ ਰਹੀ ਕਿ ਉੱਥੇ ਬਹੁਤ ਪਾਣੀ ਹੁੰਦਾ ਹੈ। ਸਾਰੇ ਡੱਡੂਆਂ ਨੇ ਰਲ ਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਮਛਲੀ ਝੂਠ ਬੋਲਦੀ ਹੈ, ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਆਓ ਇਸ ਨੂੰ ਰਲ ਕੇ ਭੰਡੀਏ। ਅਮਰੀਕਾ ਬਾਰੇ ਸਾਡੀ ਸੋਚ ਵੀ ਡੱਡੂਆਂ ਵਾਲੀ ਹੈ। ਅਮਰੀਕਾ ਦੀ ਆਬਾਦੀ ਭਾਰਤ ਦਾ 4ਥਾ ਹਿੱਸਾ ਹੈ। ਅਮਰੀਕਾ ਦਾ ਇਲਾਕਾ ਭਾਰਤ ਤੋਂ 3 ਗੁਣਾ ਹੈ। ਅਮਰੀਕਾ ਪਹੁੰਚ ਕੇ ਸਭ ਤੋਂ ਪਹਿਲਾਂ ਮੈਨੂੰ ਮੁਹੰਮਦ ਇਕਬਾਲ ਯਾਦ ਆਇਆ, ਜਿਸ ਨੇ ਹਿੰਦੁਸਤਾਨ ਨੂੰ ਸਾਰੀ ਦੁਨੀਆ ਤੋਂ ਸੋਹਣਾ ਦੱਸਿਆ ਸੀ। ਮੈਨੂੰ ਲੱਗਿਆ ਮੁਹੰਮਦ ਇਕਬਾਲ ਝੂਠ ਬੋਲਦਾ ਰਿਹਾ ਹੈ। ਫਿਰ ਮੈਨੂੰ ਆਪਣੇ ਦੇਸ਼ ਦੇ ਮਹਾਂਪੁਰਸ਼ ਯਾਦ ਆਏ, ਜਿਨ੍ਹਾਂ ਦੇ ਉਪਦੇਸ਼ਾਂ ਨੇ ਸਾਨੂੰ ਕੰਮ ਵੱਲੋਂ ਹਟਾ ਕੇ ਮੁਕਤੀ ਪ੍ਰਾਪਤ ਕਰਨ ਦੇ ਰਾਹ ਪਾਇਆ। ਭਾਰਤ ਵਿੱਚ ਅਨੇਕਾਂ ਧਰਮਾਂ ਦੀ ਮਾਨਤਾ ਹੈ ਹੀ ਇਸ ਕਰਕੇ ਕਿਉਂਕਿ ਭਾਰਤ ਗਰੀਬ ਹੈ। ਧਰਮ ਗਰੀਬੀ ਵਿੱਚ ਹੀ ਪਲਦੇ ਨੇ। ਜਿਸ ਦਿਨ ਸਮਾਜ ਅਮੀਰ, ਖੁਸ਼ਹਾਲ ਅਤੇ ਵਿਗਿਆਨਿਕ ਹੋ ਜਾਏਗਾ, ਉਸ ਦਿਨ ਧਾਰਮਿਕ ਮਹਾਂਪੁਰਸ਼ਾਂ ਨੂੰ ਲੱਭਣਾ ਔਖਾ ਹੋ ਜਾਏਗਾ। ਯੂਰਪ ਅਤੇ ਅਮਰੀਕਾ ਅਮੀਰ ਨੇ, ਉੱਥੇ ਕਿਸੇ ਮਹਾਂਪੁਰਸ਼ ਦਾ ਪੈਦਾ ਹੋਣਾ ਲਗਭਗ ਅਸੰਭਵ ਹੈ। ਉੱਥੇ ਧਾਰਮਿਕ ਸਥਾਨਾਂ ਵਿੱਚ ਅਮੀਰੀ ਨੂੰ ਨਿੰਦਿਆ ਨਹੀਂ ਜਾਂਦਾ। ਫਿਰ ਮੈਨੂੰ ਗਾਂਧੀ ਜੀ ਯਾਦ ਆਏ, ਜਿਨ੍ਹਾਂ ਨੇ ਰਾਮ ਰਾਜ ਦਾ ਸੁਪਨਾ ਦਿੱਤਾ ਸੀ। ਰਾਮ ਰਾਜ ਇੱਕ ਪੁਰਾਣੀ ਅਤੇ ਪਛੜੀ ਹੋਈ ਸਮਾਜਿਕ ਹਾਲਤ ਹੈ। ਰਾਮ ਰਾਜ ਦੇ ਅਰਥ ਸਾਮੰਤਵਾਦ ਤੋਂ ਨੇ। ਰਾਮ ਰਾਜ ਭਵਿੱਖ ਦੀ ਸਮਾਜ ਯੋਜਨਾ ਨਹੀਂ, ਬੀਤੇ ਦੀ ਪਛੜੀ ਅਤੇ ਹੋਈ ਗੁਜ਼ਰੀ ਹਾਲਤ ਹੈ। ਜਿੱਥੋਂ ਰੱਥ ਲੰਘ ਜਾਵੇ ਉੱਥੇ ਧੂੜ ਉੱਡਦੀ ਰਹਿ ਜਾਂਦੀ ਹੈ। ਰਾਮ ਦਾ ਰੱਥ ਗੁਜ਼ਰ ਚੁੱਕਾ ਹੈ, ਮਹਾਵੀਰ ਦਾ ਰੱਥ ਲੰਘ ਚੁੱਕਾ ਹੈ, ਗਾਂਧੀ ਦਾ ਰੱਬ ਜਾ ਚੁੱਕਾ ਹੈ। ਅਸੀਂ ਕਦੋਂ ਤੱਕ ਉਸ ਧੂੜ ਨੂੰ ਵੇਖਦੇ ਰਹਾਂਗੇ? ਕਦੋਂ ਤੱਕ ਉਸ ਧੂੜ ਨੂੰ ਪੂਜਦੇ ਰਹਾਂਗੇ? ਗਾਂਧੀ ਜੀ ਨੇ ਵਿਗਿਆਨ ਦੇ ਕੇਵਲ ਦੋਸ਼ ਹੀ ਵੇਖੇ ਸਨ, ਵਿਗਿਆਨ ਦੇ ਗੁਣ ਉਹਨਾਂ ਨੂੰ ਦਿਖਾਈ ਨਹੀਂ ਦਿੱਤੇ। ਜੇ ਅਸੀਂ ਗਾਂਧੀ ਜੀ ਦੀ ਹੀ ਮੰਨਦੇ ਰਹੇ ਤਾਂ ਮਨੁੱਖ ਜਾਤੀ ਕਰੜੀ ਮਜ਼ਦੂਰੀ ਤੋਂ ਕਦੇ ਮੁਕਤ ਨਹੀਂ ਹੋਵੇਗੀ। ਗਾਂਧੀ ਜੀ ਦੇ ਦੱਸੇ ਮਾਰਗ ਅਨੁਸਾਰ ਜੇ ਇੱਕ ਆਦਮੀ ਆਪਣੇ ਲਈ ਕੱਪੜਾ ਬੁਣਦਾ ਰਹੇ ਤਾਂ ਉਸਨੂੰ 3-4 ਘੰਟੇ ਰੋਜ਼ ਚਰਖਾ ਕੱਤਣਾ ਪਵੇਗਾ। ਜੇ ਉਸ ਉੱਤੇ ਨਿਰਭਰ ਕੋਈ ਹੋਰ ਬੰਦਾ ਵੀ ਹੈ ਤਾਂ ਉਸਦੇ 8 ਘੰਟੇ ਰੋਜ਼ ਚਰਖਾ ਚਲਾਉਣ ਤੇ ਹੀ ਲੱਗ ਜਾਣਗੇ। ਜੋ ਆਦਮੀ ਆਪਣੀ ਕੇਵਲ ਕੱਪੜੇ ਦੀ ਲੋੜ ਪੂਰੀ ਕਰਨ ਲਈ 8 ਘੰਟੇ ਚਰਖਾ ਚਲਾਵੇਗਾ, ਉਹ ਹੋਰ ਕੁਝ ਵੀ ਕਰੇਗਾ ਕਿ ਨਹੀਂ? ਇਹ ਸਵਾਲ ਸਿਰਫ ਚਰਖੇ ਦਾ ਨਹੀਂ, ਇਹ ਸਵਾਲ ਮਨੁੱਖ ਦੇ ਜੀਵਨ ਵਿੱਚ ਚੇਤਨਾ ਦੇ ਜਨਮ ਅਤੇ ਉਸਦੇ ਵਿਕਾਸ ਦਾ ਹੈ। ਅਸੀਂ ਅਨੇਕਾਂ ਸੰਤ ਪੈਦਾ ਕੀਤੇ ਨੇ, ਪਰ ਫਿਰ ਵੀ ਨਿਊਟਨ ਅਸੀਂ ਪੈਦਾ ਨਹੀਂ ਕੀਤਾ। ਸਾਡੇ ਦੇਸ਼ ਦੀ ਸੋਚ ਨੇ ਕਦੀ ਵੀ ਵਿਗਿਆਨਿਕ ਦਿਸ਼ਾ ਵੱਲ ਉન્નਤੀ ਨਹੀਂ ਕੀਤੀ। ਅਸੀਂ ਮਸ਼ੀਨ ਵਿਰੋਧੀਆਂ, 10 ਨਹੁੰਆਂ ਦੀ ਕਮਾਈ ਵਿੱਚ ਹੀ ਵਿਸ਼ਵਾਸ ਕਰਦੇ ਹਾਂ। ਸੰਕੋਚ ਅਤੇ ਝਿਜਕ ਸਾਡੇ ਵਿਹਾਰ ਦੇ ਆਧਾਰ ਨੇ। ਗਾਂਧੀ ਜੀ ਨੇ ਦੇਸ਼ ਲਈ ਜਿੰਨਾ ਕੰਮ ਕੀਤਾ ਹੈ, ਪੂਰੇ ਇਤਿਹਾਸ ਵਿੱਚ ਕਿਸੇ ਮਨੁੱਖ ਨੇ ਦੇਸ਼ ਲਈ ਇੰਨਾ ਕੰਮ ਨਹੀਂ ਕੀਤਾ। ਪਰ ਹੁਣ ਸਾਨੂੰ ਉਸ ਗਾਂਧੀ ਦੀ ਲੋੜ ਹੈ ਜੋ ਅਤੀਤ ਦੇ ਅਖੌਤੀ ਸੁਨਹਿਰੀ ਯੁੱਗ ਉੱਤੇ ਟਿਕੀਆਂ ਸਾਡੀਆਂ ਅੱਖਾਂ ਨੂੰ ਸੰਭਾਵਨਾਵਾਂ ਨਾਲ ਭਰਪੂਰ ਭਵਿੱਖ ਦੇ ਦੁਮੇਲਾਂ ਵੱਲ ਮੋੜ ਦੇਵੇ। 21ਵੀਂ ਸਦੀ ਦੇ ਸਵਾਲ 3ਜੀ ਸਦੀ ਦੇ ਫਾਰਮੂਲਿਆਂ ਨਾਲ ਹੱਲ ਨਹੀਂ ਹੋਣਗੇ। ਅਮਰੀਕਾ ਵਿੱਚ ਘੁੰਮਦਿਆਂ ਮੈਨੂੰ ਭਾਰਤ ਦੇ ਧਾਰਮਿਕ ਸਥਾਨਾਂ ਵਿੱਚ ਸਵਰਗੀ ਜੀਵਨ ਵਾਲੇ ਦਿੱਤੇ ਜਾਣ ਵਾਲੇ ਲਾਰਿਆਂ ਭਰੇ ਉਪਦੇਸ਼ ਯਾਦ ਆਏ, ਜਿਨ੍ਹਾਂ ਨੂੰ ਮੰਨ ਕੇ ਅਸੀਂ ਆਪਣੇ ਜੀਵਨ ਨੂੰ ਨਰਕ ਬਣਾ ਲਿਆ। ਅਮਰੀਕਾ ਅਤੇ ਯੂਰਪ ਦੇ ਲੋਕਾਂ ਨੂੰ ਹਰ ਵੇਲੇ ਹਰ ਰੋਜ਼ ਧਰਮ ਦੀ ਲੋੜ ਨਹੀਂ, ਕਿਉਂਕਿ ਉਹਨਾਂ ਨੂੰ ਆਪਣੀ ਮਿਹਨਤ ਉੱਤੇ ਵਿਸ਼ਵਾਸ ਹੈ। ਉਹਨਾਂ ਲਈ ਧਰਮ ਵਿਸ਼ਾਲ ਜੀਵਨ ਦਾ ਇੱਕ ਪੱਖ ਹੈ। ਸਾਡੇ ਲਈ ਧਰਮ ਹੀ ਸਭ ਕੁਝ ਹੈ। ਉਹਨਾਂ ਦੇ ਸਰੀਰਾਂ ਵਿੱਚ ਕੰਮ ਕਰਨ ਅਤੇ ਜੀਵਨ ਨੂੰ ਮਾਣਨ ਦੀ ਸ਼ਕਤੀ ਅਤੇ ਇੱਛਾ ਹੈ, ਪਰ ਅਸੀਂ ਮੁੱਢੋਂ ਹੀ ਥੱਕੇ ਹੋਏ ਹਾਂ। ਸਾਡੇ ਜੀਵਨ ਪ੍ਰਤੀ ਪਹੁੰਚ ਹੀ ਨਾ ਪੱਖੀ ਹੈ, ਕਿਉਂਕਿ ਅਸੀਂ ਬੜੇ ਸੁਚੇਤ ਹਾਂ ਕਿ ਇਹ ਨਹੀਂ ਖਾਣਾ, ਇਹ ਨਹੀਂ ਕਰਨਾ, ਇਹ ਨਹੀਂ ਪਹਿਨਣਾ, ਇਹ ਨਹੀਂ ਸੋਚਣਾ। ਉਹਨਾਂ ਨੇ ਮਨੁੱਖੀ ਸਰੀਰ ਨੂੰ ਸਮਝ ਕੇ ਉਸ ਦੀਆਂ ਲੋੜਾਂ ਦਾ ਅਧਿਐਨ ਕਰਕੇ ਆਪਣੀ ਖੁਰਾਕ ਨਿਰਧਾਰਿਤ ਕੀਤੀ ਹੈ, ਜਦੋਂ ਕਿ ਅਸੀਂ ਤਿਆਗ ਉੱਤੇ ਬਲ ਦਿੰਦੇ ਬਲਹੀਣ ਅਤੇ ਕੰਗਾਲ ਹੋ ਗਏ ਹਾਂ।
ਜੀਵਨ ਪ੍ਰਤੀ ਦ੍ਰਿਸ਼ਟੀਕੋਣ ਸਰੀਰਕ ਸ਼ਕਤੀ ਉੱਤੇ ਨਿਰਭਰ ਕਰਦਾ ਹੈ। ਕਮਜ਼ੋਰ ਸਰੀਰ ਉਤਸ਼ਾਹ ਦੇਣ ਵਾਲਾ ਵਾਤਾਵਰਣ ਪੈਦਾ ਨਹੀਂ ਕਰ ਸਕਦੇ। ਸਰੀਰਕ, ਮਾਨਸਿਕ ਅਤੇ ਰੂਹਾਨੀ ਪੱਖੋਂ ਬਿਮਾਰ ਵਿਅਕਤੀ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਆਗੂ ਨਹੀਂ ਬਣ ਸਕਦੇ। ਖੁਰਾਕ ਦੇ ਪੱਖੋਂ ਜੇ ਅਮਰੀਕਾ ਤੇ ਭਾਰਤ ਦਾ ਮੁਕਾਬਲਾ ਕਰਨਾ ਹੋਵੇ ਤਾਂ ਮੇਰੇ ਵਿਚਾਰ ਵਿੱਚ ਜਿਤਨਾ ਭੋਜਨ 5 ਕਰੋੜ ਅਮਰੀਕਨ ਵਰਤਦੇ ਨੇ, ਉਤਨਾ ਸਾਡੇ ਦੇਸ਼ ਦੀ 100 ਕਰੋੜ ਆਬਾਦੀ ਖਾਂਦੀ ਹੈ। ਅਸੀਂ ਗਰੀਬ ਨਹੀਂ, ਅਸੀਂ ਗਰੀਬ ਬਣਾ ਦਿੱਤੇ ਗਏ ਹਾਂ। ਸਾਨੂੰ ਕਮਜ਼ੋਰ ਬਣਾਇਆ ਗਿਆ ਹੈ। ਜਦੋਂ ਅਸੀਂ ਤਕੜੇ ਹੋ ਗਏ, ਉਦੋਂ ਹੀ ਅਸੀਂ ਆਪਣੀ ਨਵੀਂ ਦੁਨੀਆ ਸਿਰਜਾਂਗੇ। ਅਜੇ ਅਸੀਂ ਸਾਫ਼ ਪਾਣੀ ਵੀ ਪੀਣ ਯੋਗ ਨਹੀਂ ਹੋਏ। ਖਾਣ ਪੀਣ ਦੀ ਸਮੱਗਰੀ ਦੀ ਖੁੱਲ੍ਹੀ ਪ੍ਰਾਪਤੀ ਲਈ ਸਾਨੂੰ ਕਰੜੀ ਮਿਹਨਤ ਅਤੇ ਬੜੀ ਲੰਮੀ ਉਡੀਕ ਕਰਨੀ ਪਏਗੀ। ਸਾਡੀ ਸਰੀਰਕ ਕਮਜ਼ੋਰੀ ਹੀ ਸਾਡੇ ਕੱਟੜਵਾਦ, ਫਿਰਕਾ ਪ੍ਰਸਤੀ, ਸੰਕੀਰਨਤਾ ਆਦਿ ਆਪਸੀ ਝਗੜਿਆਂ ਦਾ ਕਾਰਨ ਹੈ। ਸਾਡੀਆਂ ਸਮੱਸਿਆਵਾਂ ਸਾਡੀ ਗਰੀਬੀ ਦੀ ਦੇਣ ਨੇ। ਸਾਡੇ ਕੋਲ ਆਪਣੀ ਗਰੀਬੀ ਦੀਆਂ ਸਮੱਸਿਆਵਾਂ ਵਿਰੁੱਧ ਲੜਾਈ ਲੜਨ ਲਈ ਕੇਵਲ ਧਰਮ ਦਾ ਮੋਰਚਾ ਹੈ। ਸੈਕੂਲਰ ਹੋਏ ਬਿਨਾਂ ਅਸੀਂ ਖੁਸ਼ਹਾਲ ਨਹੀਂ ਹੋ ਸਕਦੇ। ਖੁਸ਼ਹਾਲ ਹੋਏ ਬਿਨਾਂ ਅਸੀਂ ਸੈਕੂਲਰ ਨਹੀਂ ਹੋ ਸਕਦੇ। ਸੰਸਾਰ ਵਿੱਚ ਜਿਹੜੇ ਦੇਸ਼ ਖੁਸ਼ਹਾਲ ਨੇ, ਉਹ ਸੈਕੂਲਰ ਨੇ। ਮੈਂ ਇਹ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ ਕਿ ਸਾਡੇ ਜੀਵਨ ਦੀ ਪੱਧਰ ਦੇ ਨੀਵੇਂ ਹੋਣ ਦਾ ਕਾਰਨ ਇਹ ਹੈ ਕਿ ਅਸੀਂ ਭਰਪੂਰ ਜੀਵਨ ਦਾ ਕੋਈ ਮਾਡਲ ਨਹੀਂ ਸਿਰਜ ਸਕੇ, ਜਿਸ ਕਾਰਨ ਖੁਸ਼ਹਾਲੀ ਨੂੰ ਅਸੀਂ ਸ਼ੱਕ ਦੀ ਨਜ਼ਰ ਨਾਲ ਵੇਖਣ ਦੇ ਆਦੀ ਹੋ ਗਏ ਹਾਂ। ਚੰਗੇ ਅਤੇ ਖੁਸ਼ਹਾਲ ਜੀਵਨ ਪ੍ਰਤੀ ਅਸੀਂ ਉਦਾਸੀਨ ਅਤੇ ਉਪਰਾਮ ਹਾਂ। ਅਮਰੀਕਾ ਪਹੁੰਚ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਹੀਂ ਖਿਸਕੀ, ਸਗੋਂ ਮੈਨੂੰ ਆਪਣੇ ਜੀਵਨ ਵਿੱਚ ਪਹਿਲੀ ਵਾਰ ਅਨੁਭਵ ਹੋਇਆ ਕਿ ਮੈਂ ਜ਼ਮੀਨ ਉੱਤੇ ਖਲੋਤਾ ਹਾਂ। ਮੈਨੂੰ ਲੱਗਿਆ ਜਿਵੇਂ ਬਿਮਾਰਾਂ ਦੇ ਦੇਸ਼ ਵਿੱਚੋਂ ਚੁੱਕ ਕੇ ਮੈਨੂੰ ਕਿਸੇ ਹੋਰ ਥਾਂ ਪਹੁੰਚਾ ਦਿੱਤਾ ਗਿਆ ਹੋਵੇ। ਅਮਰੀਕਾ ਪਹੁੰਚ ਕੇ ਹਰ ਵਿਅਕਤੀ ਨਾਲ ਕੁਝ ਇਵੇਂ ਵਾਪਰਦਾ ਹੈ ਜਿਵੇਂ ਅੱਖਾਂ ਉੱਤੋਂ ਪੱਟੀ ਖੁੱਲ੍ਹ ਗਈ ਹੋਵੇ। ਜੋ ਸਾਡੇ ਸੁਪਨੇ ਨੇ, ਅਮਰੀਕਾ ਉਹਨਾਂ ਤੋਂ ਵੀ ਅੱਗੇ ਹੈ। ਅਮਰੀਕਾ ਨੂੰ ਜਾਣਨ ਵਾਸਤੇ, ਉਸਦੀ ਵਿਸ਼ਾਲਤਾ ਨੂੰ ਸਮਝਣ ਵਾਸਤੇ ਅਮਰੀਕਾ ਜਾਣਾ ਪਵੇਗਾ। ਭਾਰਤ ਵਿੱਚ ਰਹਿੰਦੇ ਹੋਏ ਅਸੀਂ ਅਮਰੀਕਾ ਦੀ ਵਿਸ਼ਾਲਤਾ ਦਾ ਅਨੁਮਾਨ ਨਹੀਂ ਲਾ ਸਕਦੇ। ਵੱਡੀਆਂ ਸੋਚਾਂ ਅਤੇ ਖੁਸ਼ਹਾਲ ਅਨੁਭਵ ਦੀਆਂ ਦਾਤਾਂ ਛੋਟੀਆਂ ਝੋਲੀਆਂ ਵਿੱਚ ਨਹੀਂ ਆਉਂਦੀਆਂ। ਅਮਰੀਕਾ ਵਿੱਚ ਵਿਚਰਦਿਆਂ, ਭਾਰਤ ਵਿੱਚ ਰਹਿੰਦਿਆਂ ਮਨ ਵਿੱਚ ਉੱਠਣ ਵਾਲੇ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਉੱਥੇ ਸਹਿਜੇ ਹੀ ਲੱਭ ਗਏ। ਅਮਰੀਕਾ ਸੰਸਾਰ ਭਰ ਦੀਆਂ ਭਾਂਤ-ਭਾਂਤ ਦੀਆਂ ਨਸਲਾਂ, ਕੌਮਾਂ, ਰੰਗਾਂ, ਬੋਲੀਆਂ, ਪਹਿਰਾਵਿਆਂ, ਸੱਭਿਆਚਾਰਾਂ ਦਾ ਮੁਰੱਬਾ ਹੈ। ਇਸੇ ਕਰਕੇ ਉੱਥੇ ਦੇ ਜੀਵਨ ਵਿੱਚ ਸੰਸਾਰ ਭਰ ਦੀਆਂ ਨੇਕੀਆਂ ਅਤੇ ਬਦੀਆਂ ਨੇ। ਅਮਰੀਕਾ ਦੇਵਤਿਆਂ ਦਾ ਦੇਸ਼ ਨਹੀਂ, ਅਮਰੀਕਾ ਚੋਰਾਂ ਦਾ ਵੀ ਦੇਸ਼ ਨਹੀਂ। ਉਹ ਯਥਾਰਥ ਵਿੱਚ ਵਿਸ਼ਵਾਸ ਰੱਖਣ ਵਾਲੇ ਬੰਦਿਆਂ ਦਾ ਦੇਸ਼ ਹੈ। ਉਹਨਾਂ ਬੰਦਿਆਂ ਦਾ ਜਿਨ੍ਹਾਂ ਦੇ ਵਿਹਾਰ ਵਿੱਚ ਬੜੀ ਰੌਣਕ ਅਤੇ ਵੰਨਗੀ ਹੈ। ਅਮਰੀਕਾ ਲਲਾਰੀ ਦੇ ਉਸੇ ਤਸਲੇ ਵਾਂਗ ਹੈ ਜਿਸ ਵਿੱਚੋਂ ਨਿਕਲ ਕੇ ਕੋਰੇ ਕੱਪੜੇ ਦਾ ਕਾਇਆ ਕਲਪ ਹੋ ਜਾਂਦਾ ਹੈ। ਦੁਨੀਆ ਭਰ ਦੇ ਨਿਕੰਮੇ ਇੱਥੇ ਪਹੁੰਚ ਕੇ ਆਪਣੀ ਅਣਵਰਤੀ ਅਕਲ ਨੂੰ ਵਰਤ ਕੇ ਵੇਖਦਿਆਂ ਕਰੋੜਾਂਪਤੀ ਬਣ ਗਏ। ਅਮਰੀਕਾ ਹਰ ਕਿਸੇ ਤੋਂ ਕੰਮ ਲੈਣਾ ਜਾਣਦਾ ਹੈ। ਹਰ ਵਿਅਕਤੀ ਨੂੰ ਉੱਥੇ ਇੱਕ ਵਾਰੀ ਵੇਲਣੇ ਵਿੱਚੋਂ ਲੰਘਣਾ ਪਵੇਗਾ। ਜਿਹੜਾ ਲੰਘ ਗਿਆ ਉਹ ਤਰ ਗਿਆ, ਜਿਹੜਾ ਰਹਿ ਗਿਆ ਉਹ ਮੁੜ ਗਿਆ। ਅਮਰੀਕਾ ਸਫਲ ਬੰਦਿਆਂ ਦਾ ਅਖਾੜਾ ਹੈ। ਹਾਰੇ ਹੋਏ ਬੰਦੇ ਨੂੰ ਅਮਰੀਕਾ ਨਹੀਂ ਪਛਾਣਦਾ। ਕਈ ਧਨਾੜ ਕੰਗਾਲ ਬਣੇ ਉੱਥੇ ਵੀ ਤੁਹਾਨੂੰ ਮਿਲ ਜਾਣਗੇ। ਅਮਰੀਕਾ ਵਿੱਚ ਆਪਣਾ ਰਾਹ ਆਪ ਬਣਾਉਣਾ ਪੈਂਦਾ ਹੈ। ਅਮਰੀਕਾ ਇੱਕ ਅਜਿਹੀ ਪ੍ਰਯੋਗਸ਼ਾਲਾ ਹੈ ਜਿੱਥੇ ਭਾਂਤ-ਭਾਂਤ ਦੇ ਤਜਰਬੇ ਕੀਤੇ ਗਏ ਨੇ ਅਤੇ ਕੀਤੇ ਜਾ ਰਹੇ ਨੇ। ਅਮਰੀਕਨਾਂ ਵਿੱਚ ਇਹ ਗੁਣ ਹੈ ਕਿ ਉਹ ਸੋਚਦੇ ਹੀ ਵਿਸ਼ਵ ਦੇ ਸੰਦਰਭ ਵਿੱਚ ਨੇ। ਸੰਸਾਰ ਦਾ ਸਭ ਤੋਂ ਲੰਮਾ ਪੁਲ ਉਹ ਹੀ ਬਣਾਉਣਗੇ। ਸੰਸਾਰ ਦੀ ਸਭ ਤੋਂ ਉੱਚੀ ਇਮਾਰਤ ਉਹ ਹੀ ਉਸਾਰਨਗੇ। ਉਹਨਾਂ ਨੂੰ ਇਸ ਗੱਲ ਦਾ ਹਿਰਖ ਹੈ ਕਿ ਐਵਰੈਸਟ ਦੀ ਚੋਟੀ ਉਹਨਾਂ ਦੇ ਦੇਸ਼ ਵਿੱਚ ਨਹੀਂ। ਜੇ ਹੁੰਦੀ ਤਾਂ ਉਹਨਾਂ ਨੇ ਸੀਟੀਆਂ ਮਾਰਦੇ ਉਸ ਉੱਤੇ ਚੜ੍ਹ ਜਾਣਾ ਸੀ ਅਤੇ ਛਾਲ ਮਾਰ ਕੇ ਥੱਲੇ ਉਤਰ ਆਉਣਾ ਸੀ। ਉਹਨਾਂ ਨੂੰ ਮਾਣ ਹੈ ਕਿ ਉਹ ਜੋ ਕੁਝ ਵੀ ਕਰਨਗੇ ਉਸ ਦੀ ਵਿਸ਼ਵ ਭਰ ਵਿੱਚ ਨਕਲ ਕੀਤੀ ਜਾਵੇਗੀ। ਉਹ ਜੋ ਕੁਝ ਸੋਚਣਗੇ ਉਸ ਦਾ ਵਿਸ਼ਵ ਭਰ ਉੱਤੇ ਅਸਰ ਪਵੇਗਾ। ਕੋਈ ਨਵਾਂ ਵਿਚਾਰ ਦਿਓ, ਦੁਨੀਆ ਵਿੱਚ ਸਭ ਤੋਂ ਪਹਿਲਾਂ ਉਸ ਨੂੰ ਅਮਰੀਕਨ ਅਪਣਾਉਣਗੇ। ਕਿਸੇ ਨਵੀਂ ਮਸ਼ੀਨ ਦੀ ਲੋੜ ਪਵੇ, ਅਮਰੀਕਨ ਉਸ ਨੂੰ ਸਭ ਤੋਂ ਪਹਿਲਾਂ ਬਣਾਉਣਗੇ। ਅਕਸਰ ਸੁਣਿਆ ਕਰਦੇ ਸਾਂ ਕਿ ਅਸੀਂ ਅਮਰੀਕਾ ਤੋਂ 1 ਸਦੀ ਪਿੱਛੇ ਹਾਂ। ਸਮਝ ਨਹੀਂ ਸੀ ਆਉਂਦੀ ਕਿ ਅਸੀਂ ਪਿੱਛੇ ਕਿਵੇਂ ਹਾਂ। ਕੈਨੇਡੀ ਸਪੇਸ ਸੈਂਟਰ ਵਿੱਚ ਪਹੁੰਚ ਕੇ ਇਹ ਭੇਤ ਸਮਝ ਆਇਆ।
ਭਾਰਤ ਦਾ ਆਪਣਾ ਨਿਰਮਾਣ ਕੀਤਾ ਯਾਤਾਯਾਤ ਦਾ ਸਾਧਨ ਕਿਸਾਨ ਦਾ ਉਹ ਗੱਡਾ ਹੈ ਜਿਸ ਦੇ ਪਹੀਏ ਲੱਕੜ ਦੇ ਹੁੰਦੇ ਨੇ ਅਤੇ ਜਿਹੜਾ ਮਿੱਟੀ ਘੱਟੇ ਵਾਲੇ ਕੱਚੇ ਰਾਹ ਉੱਤੇ ਮੀਂਹ ਪੈਣ ਉਪਰੰਤ ਚਿੱਕੜ ਵਿੱਚ ਅਕਸਰ ਫਸ ਜਾਂਦਾ ਹੈ। ਯਾਤਾਯਾਤ ਦੇ ਬਾਕੀ ਸਭ ਸਾਧਨ ਅਤੇ ਯੰਤਰ ਸਾਡੇ ਆਪਣੇ ਨਹੀਂ, ਪੱਛਮ ਦੀ ਨਕਲ ਕੀਤੇ ਹੋਏ ਨੇ। ਦੂਜੇ ਪਾਸੇ ਅਮਰੀਕਾ ਦੇ ਉਹ ਪੁਲਾੜੀ ਵਾਹਨ ਨੇ ਜਿਹੜੇ ਖਰਬਾਂ ਮੀਲ ਦੂਰ ਪੁਲਾੜ ਨੂੰ ਫਰੋਲ ਰਹੇ ਨੇ। ਅਮਰੀਕਾ ਵਿੱਚ ਘੁੰਮ ਕੇ ਅਮਰੀਕਾ ਦੀ ਖੁਸ਼ਹਾਲੀ ਸੁਭਾਵਕ ਪ੍ਰਤੀਤ ਹੋਣ ਲੱਗ ਪਈ, ਪਰ ਹਰ ਕਦਮ ਤੇ ਆਪਣੇ ਦੇਸ਼ ਦੇ ਪਛੜੇਪਣ ਦਾ ਅਹਿਸਾਸ ਮੈਨੂੰ ਸ਼ਰਮਸਾਰ ਕਰਦਾ ਰਿਹਾ। ਅਮਰੀਕਾ ਬਾਰੇ ਮੈਂ ਆਪਣੀ ਪਤਨੀ ਨੂੰ ਲਿਖਦਾ ਰਿਹਾ ਤੇ ਮੇਰੀਆਂ ਗੱਲਾਂ ਪੜ੍ਹ ਕੇ ਉਸ ਨੂੰ ਮੇਰੇ ਦਿਮਾਗ ਦੇ ਸਹੀ ਹੋਣ ਦਾ ਸੰਸਾ ਲੱਗ ਗਿਆ ਸੀ। ਸਾਡੀ ਗਰੀਬੀ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਪ੍ਰਤੱਖ ਹੈ। ਅਸੀਂ ਆਰਥਿਕ ਪੱਖੋਂ ਹੀ ਕਮਜ਼ੋਰ ਨਹੀਂ, ਅਸੀਂ ਰਾਜਨੀਤਿਕ ਪੱਖੋਂ ਵੀ ਹੀਣੇ ਹਾਂ। ਅਸੀਂ ਸੱਭਿਆਚਾਰਕ ਪੱਖੋਂ ਹੀ ਸੁੰਗੜੇ ਹੋਏ ਨਹੀਂ, ਅਸੀਂ ਮਾਨਸਿਕ ਪੱਖੋਂ ਵੀ ਨਿਚੋੜੇ ਹੋਏ ਹਾਂ। ਨਾ ਸਾਡਾ ਵਿਹਾਰ ਖੁੱਲ੍ਹਾ ਖੁਲਾਸਾ ਹੈ, ਨਾ ਸਾਡੀ ਸੋਚ ਆਜ਼ਾਦ ਹੈ। ਇਤਨੇ ਸੰਤਾਂ ਮਹੰਤਾਂ ਸਾਧਾਂ ਫਕੀਰਾਂ ਗੁਰੂਆਂ ਪੀਰਾਂ ਦੇ ਹੋਣ ਦੇ ਬਾਵਜੂਦ ਸਾਡਾ ਇਹ ਹਾਲ ਹੈ। ਇਹਨਾਂ ਦੇ ਨਾ ਹੋਇਆਂ ਸਾਡਾ ਕੀ ਹਾਲ ਹੋਣਾ ਸੀ। ਇਹ ਸਾਰੇ ਰਲ ਕੇ ਸਾਡੀ ਗਰੀਬੀ ਕਿਉਂ ਨਹੀਂ ਕੱਟਦੇ। ਸੱਚ ਤਾਂ ਇਹ ਹੈ ਕਿ ਧਰਮਾਂ ਦੀ ਉਪਜਾਈ ਉਪਰਾਮਤਾ ਕਾਰਨ ਸਾਡਾ ਜੀਵਨ ਨਾਲ ਮੋਹ ਹੀ ਨਹੀਂ ਜਾਗਿਆ, ਇਸ ਸੰਸਾਰ ਨਾਲ ਸਾਡਾ ਨਾਤਾ ਹੀ ਨਹੀਂ ਜੁੜਿਆ। ਅੰਧ ਵਿਸ਼ਵਾਸਾਂ ਵਿੱਚ ਘਿਰਿਆ ਹੋਇਆ ਵਿਅਕਤੀ ਇੱਕ ਅੰਨੇ ਨਾਲੋਂ ਵੀ ਘੱਟ ਵੇਖਦਾ ਹੈ। ਹਜ਼ਾਰਾਂ ਸਾਲਾਂ ਤੋਂ ਅਸੀਂ ਮੁਕਤੀ ਦੇ ਤਰਲੇ ਲੈ ਰਹੇ ਹਾਂ। ਮੈਂ ਮੁਕਤੀ ਪ੍ਰਾਪਤ ਨਹੀਂ ਕਰਨਾ ਚਾਹੁੰਦਾ, ਮੈਂ ਜਨਮ ਮਰਨ ਦੇ ਗੇੜ ਵਿੱਚੋਂ ਮੁਕਤ ਨਹੀਂ ਹੋਣਾ ਚਾਹੁੰਦਾ। ਸਾਡੇ ਨਾਲ ਸਦੀਆਂ ਤੋਂ ਫਰੇਬ ਹੋ ਰਿਹਾ ਹੈ। ਅਸੀਂ ਪੀੜ੍ਹੀਆਂ ਦਰ ਪੀੜ੍ਹੀਆਂ ਅੰਧ ਵਿਸ਼ਵਾਸਾਂ ਦੇ ਮੂਲੀ ਕੁਤਰੇ ਉੱਤੇ ਕੱਦੂਕਸ ਹੋ ਰਹੇ ਹਾਂ। ਸਾਡੇ ਧਰਮਾਂ ਨੇ ਸਾਨੂੰ ਮੌਤ ਅਤੇ ਨਰਕ ਦੇ ਇਤਨੇ ਡਰਾਵੇ ਦਿੱਤੇ ਨੇ ਕਿ ਸਾਡੀ ਸੋਚ ਦੇ ਧੁਰ ਅੰਦਰ ਡਰ ਬੈਠ ਗਿਆ ਹੈ। ਸਾਨੂੰ ਸਾਡਾ ਹੱਕ ਅੱਧਾ ਵੀ ਮਿਲ ਜਾਵੇ ਤਾਂ ਵੀ ਅਸੀਂ ਰੱਬ ਦਾ ਸ਼ੁਕਰਾਨਾ ਕਰਨ ਵੱਲ ਦੌੜਦੇ ਹਾਂ। ਜੋ ਸਾਡੇ ਵੱਸ ਵਿੱਚ ਹੈ ਉਹ ਵੀ ਅਸੀਂ ਰੱਬ ਨੂੰ ਕਰਨ ਲਈ ਅਰਦਾਸਾਂ ਕਰਦੇ ਹਾਂ। ਮੈਨੂੰ ਅਨੁਭਵ ਹੋਣ ਲੱਗ ਪਿਆ ਹੈ ਕਿ ਜਾਂ ਤਾਂ ਸਾਡਾ ਰੱਬ ਹੈ ਹੀ ਨਹੀਂ, ਜੇ ਹੈ ਤਾਂ ਉਹ ਜ਼ਰੂਰ ਬੇਈਮਾਨ ਹੈ। ਸਾਡਾ ਸਾਰਾ ਜੀਵਨ ਹੀ ਅਰਦਾਸ ਵਿੱਚ ਲੰਘ ਜਾਂਦਾ ਹੈ। ਸਾਨੂੰ ਰੱਬ ਨਾਲ ਮਿਲਣ ਦਾ ਕੋਈ ਹੋਰ ਢੰਗ ਅਪਣਾਉਣਾ ਪਵੇਗਾ ਅਤੇ ਉਸ ਸੰਬੰਧੀ ਆਪਣੀ ਸੋਚ ਬਦਲਣੀ ਪਵੇਗੀ। ਜੇ ਜਾਣਨਾ ਚਾਹੁੰਦੇ ਹੋ ਕਿ ਅਮਰੀਕਾ ਕਿਉਂ ਖੁਸ਼ਹਾਲ ਹੈ ਤਾਂ ਅਮਰੀਕਾ ਨੂੰ ਕੰਮ ਕਰਦੇ ਵੇਖੋ, ਤੁਹਾਨੂੰ ਉਹਨਾਂ ਦੀ ਖੁਸ਼ਹਾਲੀ ਦਾ ਭੇਤ ਸਮਝ ਆ ਜਾਵੇਗਾ। ਸਾਨ ਫਰਾਂਸਿਸਕੋ ਵਿੱਚ ਮੈਂ 5000 ਏਕੜ ਦੇ ਇੱਕ ਫਾਰਮ ਨੂੰ ਕੇਵਲ 4 ਬੰਦਿਆਂ ਵੱਲੋਂ ਸੰਭਾਲਦੇ ਹੋਏ ਵੇਖਿਆ। ਉਹਨਾਂ ਨੇ ਮਸ਼ੀਨ ਨੂੰ ਆਪਣੀ ਖੁਸ਼ਹਾਲੀ ਲਈ ਖੂਬ ਵਰਤਿਆ। ਜੇ ਜਾਣਨਾ ਚਾਹੁੰਦੇ ਹੋ ਕਿ ਭਾਰਤ ਕਿਉਂ ਗਰੀਬ ਹੈ ਤਾਂ ਕਿਸੇ ਵੀ ਦਫ਼ਤਰ ਵਿੱਚ ਲੋਕਾਂ ਨੂੰ ਕੰਮ ਕਰਦੇ ਵੇਖੋ। ਭਾਰਤ ਦੀ ਗਰੀਬੀ ਦੂਰ ਨਾ ਹੋਣ ਦੇ ਕਾਰਨ ਸਮਝ ਆ ਜਾਣਗੇ। ਸਾਡੇ ਕਿਸਾਨ ਬੜਾ ਕੰਮ ਕਰਦੇ ਨੇ, ਉਹਨਾਂ ਦੀਆਂ ਪ੍ਰਾਪਤੀਆਂ ਸਲਾਹੁਣਯੋਗ ਨੇ, ਪਰ ਅਗਲੇਰੀ ਖੁਸ਼ਹਾਲੀ ਨਵੀਆਂ ਤਕਨੀਕਾਂ ਅਤੇ ਨਵੀਆਂ ਮਸ਼ੀਨਾਂ ਦੀ ਵਰਤੋਂ ਨਾਲ ਹੀ ਆਵੇਗੀ। ਮੈਂ ਕਈ ਵਾਰੀ ਸੋਚਣ ਤੇ ਮਜਬੂਰ ਹੋਇਆ ਕਿ ਕੀ ਚਿੱਟੀ ਚਮੜੀ ਵਾਲੇ ਸਾਡੇ ਤੋਂ ਉਚੇਰੀ ਨਸਲ ਹੈ। ਸਾਡੇ ਦੇਸ਼ ਵਿੱਚ 3 ਲੱਖ ਅੰਗਰੇਜ਼ 30 ਕਰੋੜ ਦੀ ਆਬਾਦੀ ਉੱਤੇ ਕਿਵੇਂ ਕਾਬਜ਼ ਹੋ ਗਏ। ਅੰਗਰੇਜ਼ ਅਫਸਰਾਂ ਦੀ ਕਮਾਨ ਵਿੱਚ 2000 ਭਾਰਤੀ ਸਿਪਾਹੀ ਸਾਡੀ 30,000 ਦੀ ਫੌਜ ਨੂੰ ਕਿਵੇਂ ਹਰਾਉਂਦੇ ਰਹੇ। ਛੋਟਾ ਜਿਹਾ ਦੇਸ਼ ਇਜ਼ਰਾਈਲ ਕਰੋੜਾਂ ਦੀ ਆਬਾਦੀ ਵਾਲੇ ਇਸਲਾਮੀ ਦੇਸ਼ਾਂ ਤੋਂ ਕਿਉਂ ਕਾਬੂ ਨਹੀਂ ਆਉਂਦਾ। ਮੇਰਾ ਮਨ ਨਹੀਂ ਮੰਨਦਾ ਕਿ ਅਸੀਂ ਕਿਸੇ ਤੋਂ ਅਕਲ ਵਿੱਚ ਘੱਟ ਹਾਂ, ਪਰ ਮੇਰਾ ਦਿਲ ਕਹਿੰਦਾ ਹੈ ਕਿ ਕਿਧਰੇ ਨਾ ਕਿਧਰੇ ਕੋਈ ਫਰਕ ਜ਼ਰੂਰ ਹੈ। ਇਹ ਗੱਲ ਮੈਂ ਨਿਸ਼ਚੇ ਨਾਲ ਕਹਿ ਸਕਦਾ ਕਿ ਯੂਰਪ ਅਤੇ ਅਮਰੀਕਾ ਦੇ ਮੁਕਾਬਲੇ ਅਸੀਂ ਢਿੱਲੇ ਸੁਸਤ ਕੰਮਚੋਰ ਈਰਖਾਲੂ ਅਤੇ ਝਿਜਕ ਦੇ ਮਾਰੇ ਹੋਏ ਹਾਂ। ਅਸੀਂ ਸਫਲਤਾ ਤੋਂ ਡਰਦੇ ਹਾਂ, ਅਸੀਂ ਅਸਫਲ ਹੋਣ ਵਿੱਚ ਮਾਹਿਰ ਹਾਂ। ਸਾਡੇ ਜੀਵਨ ਵਿੱਚ ਕੁਝ ਵੀ ਠੀਕ ਹੋ ਜਾਵੇ ਸਾਨੂੰ ਡਰ ਲੱਗਣ ਲੱਗ ਜਾਂਦਾ ਹੈ ਕਿ ਕੁਝ ਨਾ ਕੁਝ ਅਜਿਹਾ ਵਾਪਰ ਜਾਵੇਗਾ ਕਿ ਸਭ ਕੁਝ ਰੁੜ ਜਾਵੇਗਾ ਜਾਂ ਗੁਆਚ ਜਾਵੇਗਾ ਤੇ ਚਿੰਤਾ ਲੱਗੀ ਰਹਿੰਦੀ ਹੈ ਕਿ ਫਿਰ ਕੀ ਕਰਾਂਗੇ। ਆਪਣੇ ਬੁਢਾਪੇ ਨੂੰ ਬਚਾਉਂਦੇ ਬਚਾਉਂਦੇ ਅਸੀਂ ਆਪਣੀ ਜਵਾਨੀ ਲੁਟਾ ਦਿੰਦੇ ਹਾਂ। ਅਸੀਂ ਪਰੰਪਰਾ ਨੂੰ ਪਾਲਦੇ ਪਾਲਦੇ ਕੁੱਬੇ ਹੋ ਗਏ ਹਾਂ। ਅਮਰੀਕਾ ਦੀ ਪਿੱਠ ਉੱਤੇ ਮਰ ਚੁੱਕੀਆਂ ਪਰੰਪਰਾਵਾਂ ਦਾ ਲੱਕ ਤੋੜਵਾਂ ਬੋਝ ਨਹੀਂ ਅਤੇ ਪਿੱਛੇ ਖਿੱਚਣ ਵਾਲੇ ਪਛਤਾਵੇ ਨਹੀਂ। ਇਸੇ ਕਰਕੇ ਉਹਨਾਂ ਨੂੰ ਆਪਣੇ ਭਵਿੱਖ ਦੇ ਰੋਸ਼ਨ ਹੋਣ ਦਾ ਵਿਸ਼ਵਾਸ ਹੈ। ਉਹ ਬੜੇ ਸੁਖ ਰਹਿਣੇ ਲੋਕ ਨੇ, ਪਰ ਉਹ ਕੰਮ ਭੂਤਾਂ ਵਾਂਗ ਕਰਦੇ ਨੇ। ਜੇ ਅਸੀਂ ਉਹਨਾਂ ਵਾਂਗ ਕੰਮ ਕਰਨ ਲੱਗ ਪਈਏ ਤਾਂ 4 ਘੰਟਿਆਂ ਮਗਰੋਂ ਹੀ ਅੱਧੇ ਬੇਹੋਸ਼ ਹੋ ਜਾਈਏ। ਅਸੀਂ ਕੰਮ ਤੋਂ ਬਚਣ ਅਤੇ ਟਾਲਣ ਦਾ ਹਰ ਰਾਹ ਲੱਭ ਲਿਆ ਹੈ। ਕੰਮ ਨਾਲ ਲੁਕਣ ਮਿਚੀ ਖੇਡਣਾ ਸਾਡੀ ਕੌਮੀ ਖੇਡ ਹੈ।
ਘਰ ਉਸਾਰਨ ਅਤੇ ਬੱਚਿਆਂ ਦੇ ਵਿਆਹ ਰਚਾਉਣ ਜਿਹੀਆਂ ਜਿਹੜੀਆਂ ਸਮੱਸਿਆਵਾਂ ਸਾਡੇ ਜੀਵਨ ਦੀ ਸਾਰੀ ਖੁਸ਼ੀ ਅਤੇ ਪੂੰਜੀ ਚੱਟ ਜਾਂਦੀਆਂ ਨੇ, ਉਹ ਅਮਰੀਕਾ ਵਿੱਚ ਹੈ ਹੀ ਨਹੀਂ। ਉੱਥੇ ਜਿਸ ਆਸਾਨੀ ਨਾਲ ਘਰ ਉਸਾਰਿਆ, ਵੇਚਿਆ ਤੇ ਖਰੀਦਿਆ ਜਾ ਸਕਦਾ ਹੈ, ਉਸ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ। ਅਸੀਂ ਭਾਵੁਕ ਹੋ ਕੇ ਆਪਣੇ ਪੁਰਾਣੇ ਘਰਾਂ ਨੂੰ ਚਿੱਚੜਾਂ ਵਾਂਗ ਚਿੰਬੜੇ ਰਹਿੰਦੇ ਹਾਂ। ਉਹਨਾਂ ਵਿੱਚ ਨਵੇਂ-ਨਵੇਂ ਘਰਾਂ ਵਿੱਚ ਰਹਿਣ ਦਾ ਉਤਸ਼ਾਹ ਹੈ। ਹਰ ਅਮਰੀਕਨ ਲੋੜ ਅਨੁਸਾਰ ਆਪਣੇ ਜੀਵਨ ਵਿੱਚ 7-8 ਘਰ ਬਦਲਦਾ ਹੈ। ਉਹ ਹਰ ਨਵਾਂ ਘਰ ਦੇਸ਼ ਦੇ ਕਿਸੇ ਨਵੇਂ ਹਿੱਸੇ ਵਿੱਚ ਖਰੀਦਦਾ ਹੈ। ਅਮਰੀਕਾ ਵਿੱਚ 16-17 ਵਰ੍ਹਿਆਂ ਦੀ ਉਮਰ ਵਿੱਚ ਮੁੰਡੇ ਅਤੇ ਕੁੜੀਆਂ ਆਪਣੇ ਮਾਪਿਆਂ ਤੋਂ ਆਜ਼ਾਦ ਹੋ ਕੇ ਆਪਣੇ ਜੀਵਨ ਦੇ ਅਰਥ ਆਪ ਲੱਭਣ ਲਈ ਸਿਧਾਰਥ ਵਾਂਗ ਘਰੋਂ ਨਿਕਲ ਪੈਂਦੇ ਨੇ। ਇਸ ਉਮਰ ਵਿੱਚ ਉਹਨਾਂ ਨੂੰ ਕੰਮ ਕਰਨ ਦੀ ਆਗਿਆ ਵੀ ਹੁੰਦੀ ਹੈ ਅਤੇ ਇਸੇ ਉਮਰ ਵਿੱਚ ਉਹਨਾਂ ਨੇ ਯੂਨੀਵਰਸਿਟੀ ਜਾਣਾ ਹੁੰਦਾ ਹੈ। ਕੰਮ ਹਰ ਇੱਕ ਨੇ ਕਰਨਾ ਹੈ। ਕੰਮ ਹਰ ਇੱਕ ਨੂੰ ਮਿਲ ਜਾਂਦਾ ਹੈ। ਸਕੂਲ ਦੀ ਪੜ੍ਹਾਈ 12 ਵਰ੍ਹੇ ਦੀ ਹੈ ਅਤੇ ਇਹ ਮੁਫਤ ਹੈ, ਪਰ ਯੂਨੀਵਰਸਿਟੀ ਦੀ ਪੜ੍ਹਾਈ ਮਹਿੰਗੀ ਹੈ। ਉੱਥੇ ਕੰਮ ਕਰਨਾ ਤੇ ਨਾਲ-ਨਾਲ ਪੜ੍ਹਨਾ ਇੱਕ ਰਿਵਾਜ ਹੈ। ਕੇਵਲ 5% ਵਿਦਿਆਰਥੀ ਹੀ ਸਕੂਲ ਤੋਂ ਮਗਰੋਂ ਪੜ੍ਹਨ ਲਈ ਯੂਨੀਵਰਸਿਟੀ ਜਾਂਦੇ ਨੇ, ਪਰ ਜਿਹੜੇ ਜਾਂਦੇ ਨੇ ਉਹ ਪੜ੍ਹਦੇ ਨੇ, ਇਮਤਿਹਾਨ ਅੱਗੇ ਪਾਉਣ ਲਈ ਹੜਤਾਲਾਂ ਨਹੀਂ ਕਰਦੇ। ਜੇ ਵਿਦਿਆਰਥੀ ਯੂਨੀਵਰਸਿਟੀ ਜਾਵੇ ਤਾਂ ਮਾਪੇ ਮਦਦ ਕਰਦੇ ਨੇ, ਪਰ ਵਿਦਿਆਰਥੀ ਨੂੰ ਆਪ ਵੀ ਨਾਲ ਕੋਈ ਕੰਮ ਅਵੱਸ਼ ਕਰਨਾ ਪੈਂਦਾ ਹੈ। ਪੁੱਤਰ ਧੀ ਭਾਵੇਂ ਕੰਮ ਕਰਨ ਲੱਗ ਜਾਣ ਜਾਂ ਅਗਲੇਰੀ ਪੜ੍ਹਾਈ ਕਰਨ ਲੱਗ ਪੈਣ, ਉਹ ਮਾਪਿਆਂ ਕੋਲ ਰਹਿਣ ਲਈ ਘਰਾਂ ਨੂੰ ਨਹੀਂ ਮੁੜਦੇ। ਆਪਣੇ ਘਰ ਆਪ ਉਸਾਰਦੇ ਨੇ ਅਤੇ ਆਪਣੇ ਪੈਂਡੇ ਆਪ ਗਾਉਂਦੇ ਨੇ। ਭਾਰਤ ਵਿੱਚ ਵਸਣ ਵਾਲੇ ਲੋਕ ਅਮਰੀਕੀ ਜੀਵਨ ਦੇ ਉਪਰੋਕਤ ਪੱਖ ਨੂੰ ਨਹੀਂ ਸਮਝ ਸਕਦੇ। ਸਾਡੇ ਦੇਸ਼ ਵਿੱਚ 16-17 ਸਾਲ ਦੀ ਉਮਰ ਵਿੱਚ ਤਾਂ ਅਸੀਂ ਬੱਚਿਆਂ ਨੂੰ ਆਪਣੀ ਬੁੱਕਲ ਵਿੱਚੋਂ ਹੀ ਬਾਹਰ ਨਹੀਂ ਕੱਢਦੇ। ਇਸ ਉਮਰ ਵਿੱਚ ਸਾਡੇ ਦੇਸ਼ ਵਿੱਚ ਸਾਡੇ ਬੱਚਿਆਂ ਨੂੰ ਉੱਠਣਾ ਬੈਠਣਾ ਵੀ ਨਹੀਂ ਆਉਂਦਾ। ਅਸੀਂ ਉਹਨਾਂ ਨੂੰ ਨਾ ਕੋਈ ਜ਼ਿੰਮੇਵਾਰੀ ਸੌਂਪਦੇ ਹਾਂ, ਨਾ ਹੀ ਕੋਈ ਜ਼ਿੰਮੇਵਾਰੀ ਉਹ ਨਿਭਾਉਂਦੇ ਨੇ। ਸਾਡੇ ਦੇਸ਼ ਵਿੱਚ ਮਾਪਿਆਂ ਲਈ ਬੱਚੇ ਸਾਰੀ ਉਮਰ ਬੱਚੇ ਰਹਿੰਦੇ ਨੇ। ਅਮਰੀਕਾ ਵਿੱਚ ਲੋਕ ਸ਼ਹਿਰਾਂ ਤੋਂ ਪਿੰਡਾਂ ਵੱਲ ਜਾ ਰਹੇ ਨੇ, ਕਿਉਂਕਿ ਉੱਥੇ ਦੇ ਪਿੰਡਾਂ ਵਿੱਚ ਸ਼ਹਿਰੀ ਜੀਵਨ ਵਾਲੀਆਂ ਸਾਰੀਆਂ ਸਹੂਲਤਾਂ ਨੇ। ਟੈਲੀਵਿਜ਼ਨ, ਟੈਲੀਫੋਨ ਅਤੇ ਕਾਰ ਨੇ ਸਾਰੇ ਅਮਰੀਕਾ ਨੂੰ ਮੰਜੀ ਦੇ ਵਾਹਣ ਵਾਂਗ ਬੁਣ ਦਿੱਤਾ ਹੈ। ਆਪਣੇ ਦੇਸ਼ ਵਿੱਚ ਅਸੀਂ 21ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿੱਚ ਵੀ ਬੁਨਿਆਦੀ ਸਮੱਸਿਆਵਾਂ ਨਾਲ ਜੂਝ ਰਹੇ ਹਾਂ। ਭਾਰਤ ਵਿੱਚ ਜੇ ਤੁਸੀਂ ਸ਼ਹਿਰ ਤੋਂ ਕੁਝ ਮੀਲ ਬਾਹਰ ਨਿਕਲ ਜਾਵੋ ਤਾਂ ਪਿੰਡਾਂ ਵਿੱਚ ਜੀਵਨ ਸੁੱਤਾ-ਸੁੱਤਾ ਪ੍ਰਤੀਤ ਹੋਣ ਲੱਗ ਪੈਂਦਾ ਹੈ। ਅਮਰੀਕਾ ਵਿੱਚ ਸ਼ਹਿਰਾਂ ਅਤੇ ਪਿੰਡਾਂ ਵਿੱਚ ਕੋਈ ਵਿਸ਼ੇਸ਼ ਅੰਤਰ ਨਹੀਂ। ਟੈਲੀਫੋਨ ਹੋਣ ਕਰਕੇ ਤੁਸੀਂ ਕਿਧਰੇ ਵੀ ਰਹੋ, ਕੋਈ ਫਰਕ ਨਹੀਂ ਪੈਂਦਾ। ਅਮਰੀਕਾ ਦੇ ਪਿੰਡ ਅਮਰੀਕੀ ਸ਼ਹਿਰਾਂ ਦੇ ਮੁਕਾਬਲੇ ਵਧੇਰੇ ਸਾਫ਼-ਸੁਥਰੇ ਅਤੇ ਵਧੇਰੇ ਦਿਲਚਸਪ ਆਲੇ-ਦੁਆਲੇ ਵਾਲੇ ਨੇ। ਅਮਰੀਕੀ ਜੀਵਨ ਦਾ ਜਿਹੜਾ ਪੱਖ ਸੰਸਾਰ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ, ਉਹ ਉਹਨਾਂ ਦੀ ਜੀਵਨ ਮਾਣਨ ਦੀ ਇੱਛਾ ਹੈ। ਉਹ ਜਿਸ ਸ਼ਿੱਦਤ ਨਾਲ ਕੰਮ ਕਰਦੇ ਨੇ, ਉਸੇ ਸ਼ਿੱਦਤ ਨਾਲ ਮਨ ਪਰਚਾਵਾ ਕਰਦੇ ਨੇ। ਸਪਤਾਹ ਦੇ ਅੰਤਲੇ 2 ਦਿਨ ਉਹ ਇਸ ਉਤਸ਼ਾਹ ਨਾਲ ਮਾਣਦੇ ਨੇ ਕਿ ਇਹਨਾਂ ਦਿਨਾਂ ਵਿੱਚ ਜੇ ਉਹਨਾਂ ਨੂੰ ਰੱਬ ਵੀ ਮਿਲ ਪਵੇ ਤਾਂ ਉਹ ਉਸ ਨੂੰ ਵੀ ਨਾ ਪਛਾਣਨ। ਜੇ ਕੋਈ ਸਾਨੂੰ ਉਹਨਾਂ ਵਾਂਗ ਬੇੜੀ ਚਲਾਉਣ ਅਤੇ ਦੌੜਨ ਭੱਜਣ ਲਈ ਕਹੇ ਤਾਂ ਸਾਡੇ ਵਿੱਚੋਂ ਅੱਧੇ ਸੁਰਗਵਾਸ ਹੋ ਜਾਣ। ਉਹਨਾਂ ਦੇ ਮਨ ਪਰਚਾਵੇ ਵੀ ਬੜੇ ਜੋਸ਼ੀਲੇ ਨੇ। ਅਸੀਂ ਆਪਣਾ ਐਤਵਾਰ ਕਿਸੇ ਵਿਛੜੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕਰਨ ਵਿੱਚ ਲਾਉਂਦੇ ਹਾਂ। ਉਹ ਆਪਣੇ 5 ਦਿਨਾਂ ਦੀ ਮਿਹਨਤ ਉਪਰੰਤ ਉਸ ਦਾ ਫਲ ਭੋਗਦੇ ਨੇ। ਕਈ ਵਾਰੀ ਮੈਂ ਸੋਚਿਆ ਹੈ ਕਿ ਕੀ ਸਾਡੇ ਧਾਰਮਿਕ ਸਥਾਨ ਗਰੀਬਾਂ ਦੇ ਕਲੱਬ ਨਹੀਂ? ਕਲੱਬ ਵਿੱਚ ਚੰਦਾ ਦੇਣਾ ਪੈਂਦਾ ਹੈ। ਧਾਰਮਿਕ ਸਥਾਨ ਵਿੱਚ ਆਪਣੀ ਸ਼ਰਧਾ ਅਨੁਸਾਰ ਮੱਥਾ ਟੇਕਣਾ ਜਾਂ ਚੰਦਾ ਦੇਣਾ ਪੈਂਦਾ ਹੈ। ਕਲੱਬ ਵਿੱਚ ਗੀਤ ਸੰਗੀਤ ਹੁੰਦਾ ਹੈ। ਧਾਰਮਿਕ ਸਥਾਨ ਵਿੱਚ ਭਜਨ ਕੀਰਤਨ ਹੁੰਦਾ ਹੈ। ਕਲੱਬ ਵਿੱਚ ਸਵੀਮਿੰਗ ਪੂਲ ਹੁੰਦਾ ਹੈ। ਧਾਰਮਿਕ ਸਥਾਨ ਵਿੱਚ ਤਲਾਅ ਜਾਂ ਸਰੋਵਰ ਹੁੰਦਾ ਹੈ। ਕਲੱਬ ਵਿੱਚ ਕੰਟੀਨ ਹੁੰਦੀ ਹੈ। ਧਾਰਮਿਕ ਸਥਾਨ ਵਿੱਚ ਲੰਗਰ ਜਾਂ ਭੰਡਾਰਾ ਹੁੰਦਾ ਹੈ। ਕਲੱਬ ਵਿੱਚ ਅਸੀਂ ਮਾਨਸਿਕ ਥਕਾਵਟ ਦੂਰ ਕਰਨ ਜਾਂਦੇ ਹਾਂ। ਧਾਰਮਿਕ ਸਥਾਨ ਵਿੱਚ ਜਾਣ ਦਾ ਵੀ ਇਹੀ ਉਦੇਸ਼ ਹੁੰਦਾ ਹੈ। ਅਮੀਰ ਲੋਕਾਂ ਨੇ ਭਾਰਤ ਅੰਦਰ ਆਪਣੇ ਘਰਾਂ ਵਿੱਚ ਹੀ ਅਜਿਹੀਆਂ ਥਾਵਾਂ ਬਣਾ ਲਈਆਂ ਨੇ ਜਿੱਥੇ ਉਹ ਪੂਜਾ ਪਾਠ ਕਰ ਸਕਣ, ਪਰ ਅਮਰੀਕਾ ਵਿੱਚ ਅਜਿਹਾ ਕਿਧਰੇ ਵੇਖਣ ਵਿੱਚ ਨਹੀਂ ਆਇਆ। ਉੱਥੇ ਵਸਦੇ ਭਾਰਤੀਆਂ ਨੇ ਆਪਣੇ ਘਰਾਂ ਵਿੱਚ ਜੇ ਥਾਂ ਹੋਵੇ ਤਾਂ ਅਜਿਹੀ ਵਿਵਸਥਾ ਕੀਤੀ ਹੈ, ਪਰ ਕਿਸੇ ਅਮਰੀਕਨ ਨੇ ਆਪਣੇ ਘਰ ਵਿੱਚ ਚਰਚ ਦੀ ਨਕਲ ਨਹੀਂ ਕੀਤੀ। ਅਮਰੀਕਨ ਪੁੰਨ ਪਾਪ ਤੋਂ ਮੁਕਤ ਨੇ। ਉਹਨਾਂ ਨੂੰ ਜੋ ਚੀਜ਼ ਜਾਂ ਵਰਤਾਰਾ ਖੁਸ਼ੀ ਦਿੰਦਾ ਉਹ ਖੁੱਲ੍ਹ ਕੇ ਕਰਦੇ ਨੇ। ਮੈਂ ਵੇਖਿਆ ਕਿ ਅਸੀਂ ਭਾਰਤੀਆਂ ਨੇ ਅਮਰੀਕਾ ਸੰਬੰਧੀ ਅਨੇਕਾਂ ਪੱਖਪਾਤ ਪਾਲੇ ਹੋਏ ਨੇ। ਅਸੀਂ ਉਹਨਾਂ ਦੇ ਜੀਵਨ ਦੇ ਦੋਸ਼ ਉਘਾੜ ਕੇ ਆਪਣੇ ਆਪ ਨੂੰ ਉਹਨਾਂ ਤੋਂ ਚੰਗੇਰੇ ਹੋਣ ਦੀ ਤਸੱਲੀ ਦਿੰਦੇ ਹਾਂ।
ਅਸੀਂ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਪਦਾਰਥਕ ਦੱਸ ਕੇ ਆਪਣੀ ਅਧਿਆਤਮਕ ਉੱਚਤਾ ਦਾ ਭੁਲੇਖਾ ਸਿਰਜਦੇ ਹਾਂ। ਅਸੀਂ ਉਹਨਾਂ ਦੇ ਜੀਵਨ ਢੰਗ ਨੂੰ ਕੋਸ ਕੇ ਆਪਣੀ ਭੁੱਖ ਨੰਗ ਨਾਲ ਸੰਤੁਸ਼ਟ ਹੋ ਜਾਂਦੇ ਹਾਂ। ਮੈਂ ਅਨੁਭਵ ਕੀਤਾ ਹੈ ਕਿ ਸਾਡੇ ਇਹਨਾਂ ਭੁਲੇਖਿਆਂ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਇਹ ਭੁਲੇਖੇ ਸਾਡੇ ਵਿਕਾਸ ਰਾਹ ਤੇ ਰੋੜੇ ਬਣੇ ਹੋਏ ਨੇ। ਉਹਨਾਂ ਵਿੱਚ ਅਨੇਕਾਂ ਦੋਸ਼ ਨੇ, ਪਰ ਉਹਨਾਂ ਨੇ ਆਪਣੇ ਦੇਸ਼ ਵਿੱਚੋਂ ਗਰੀਬੀ ਹੂੰਝ ਦਿੱਤੀ ਹੈ, ਜੀਵਨ ਨੂੰ ਮਾਣਨ ਯੋਗ ਬਣਾਇਆ ਅਤੇ ਆਲਾ ਦੁਆਲਾ ਸਾਫ਼ ਸੁਥਰਾ ਕੀਤਾ ਹੈ। ਜਿਸ ਸਵਰਗ ਦੇ ਅਸੀਂ ਸੁਪਨੇ ਵੇਖਦੇ ਹਾਂ, ਅਮਰੀਕਨਾਂ ਨੇ ਉਸ ਨਾਲੋਂ ਵੀ ਸੋਹਣਾ ਸਵਰਗ ਧਰਤੀ ਉੱਤੇ ਵਸਾਇਆ ਹੋਇਆ ਹੈ। ਵੱਖ-ਵੱਖ ਸਮਿਆਂ ਤੇ ਕੈਨੇਡਾ, ਮੈਕਸੀਕੋ, ਇੰਗਲੈਂਡ, ਫਰਾਂਸ, ਇਟਲੀ, ਜਰਮਨੀ, ਸਵਿਟਜ਼ਰਲੈਂਡ, ਬੈਲਜੀਅਮ, ਆਸਟਰੀਆ, ਨੀਦਰਲੈਂਡ, ਟਰਕੀ, ਚੀਨ, ਕੁਵੈਤ, ਦੁਬਈ ਆਦਿ ਜਾਣ ਦਾ ਅਵਸਰ ਮਿਲਿਆ, ਪਰ ਪ੍ਰਤੀਤ ਹੋਇਆ ਕਿ ਅਜੋਕੀ ਦੁਨੀਆ ਦਾ ਹਰ ਦੇਸ਼ ਅਮਰੀਕਾ ਵਰਗਾ ਬਣਨ ਦਾ ਯਤਨ ਕਰ ਰਿਹਾ ਹੈ। ਇਵੇਂ ਅਮਰੀਕਾ ਦਾ ਪ੍ਰਭਾਵ ਵਿਸ਼ਵ ਵਿਆਪੀ ਹੈ।